नमस्कार दोस्तों, लास्ट ਲੈਕਚਰਾਂ ਦੇ ਵਿੱਚ ਆਪਾਂ ਅਨੁਪਾਤ ਬਾਰੇ ਚਰਚਾ ਕੀਤੀ ਸੀ। ਅਨੁਪਾਤ ਕੀ ਹੁੰਦਾ ਹੈ, ਕਿਵੇਂ ਆਪਾਂ ਉਹਨੂੰ ਹੱਲ ਕਰਨਾ ਹੈ, ਆਪਣੀ ਜ਼ਿੰਦਗੀ 'ਚ ਉਹਨੂੰ ਆਪਾਂ ਪ੍ਰੈਕਟੀਕਲ ਲਾਈਫ 'ਚ ਕਿੱਥੇ ਵਰਤਦੇ ਹਾਂ ਤੇ ਕਿਵੇਂ ਵਰਤ ਸਕਦੇ ਹਾਂ, ਆਪਾਂ ਉਸ ਬਾਰੇ ਬੜੀ ਡਿਟੇਲ 'ਚ ਚਰਚਾ ਕੀਤੀ ਸੀ। ਉਸੇ ਲਗਾਤਾਰਤਾ 'ਚ ਅੱਗੇ ਚੱਲਦੇ ਹੋਏ ਅੱਜ ਆਪਾਂ ਜੋ ਗੱਲ ਕਰਨ ਜਾ ਰਹੇ ਹਾਂ ਨਏ ਟੌਪਿਕ ਤੁਲ ਅਨੁਪਾਤ ਦੀ ਗੱਲ ਕਰਨ ਜਾ ਰਹੇ ਹਾਂ। ਇਕੁਇਵਲੈਂਟ ਰੇਸ਼ੋ ਜੋ ਟੌਪਿਕ ਹੈ, ਤੁਲ ਅਨੁਪਾਤ ਹੁੰਦੇ ਕਿਹੜੇ ਨੇ, ਇਕੁਇਵਲੈਂਟ ਰੇਸ਼ੋਜ਼ ਕੀ ਹੁੰਦੀਆਂ ਨੇ। ਮੈਂ ਉਦਾਹਰਨ ਲੈ ਕੇ ਚੱਲਦਾ। ਮੈਂ ਇੱਕ ਉਦਾਹਰਨ ਲੈ ਲਈ 12:18। ਆਪਾਂ ਇੱਕ ਉਦਾਹਰਨ ਲੈ ਲਈ। ਇਹਨੂੰ ਆਪਾਂ ਕਿਵੇਂ ਹੱਲ ਕਰਦੇ ਸੀ? ਸਭ ਤੋਂ ਪਹਿਲਾਂ ਆਪਾਂ ਇਹਨੂੰ 2 ਨਾਲ ਵੰਡਦੇ ਸੀ, ਕਿਉਂਕਿ ਦੋਨੇ 2 ਦੇ ਪਹਾੜ ਤੇ ਵੰਡੇ ਜਾਂਦੇ ਨੇ ਤੇ 2 ਨਾਲ ਵੰਡਣ ਤੇ 6 ਦੂਣੀ 12, 9 ਦੂਣੀ 18। ਹੁਣ ਦੋਨੇ ਆਹ 3 ਨਾਲ ਵੰਡੇ ਜਾਂਦੇ ਆ, ਆਪਾਂ 3 ਨਾਲ ਵੰਡਦੇ ਸੀ। ਤਾਂ ਜਿਹੜੀ ਸੰਖਿਆ ਨਾਲ ਉਹ ਵੰਡੇ ਜਾਂਦੇ ਆ ਆਪਾਂ ਉਹਨੂੰ ਬੜੀ ਆਸਾਨੀ ਨਾਲ ਵੰਡ ਕੇ ਆਪਾਂ ਇਸ ਅਕੋਰਡਿੰਗ ਹੱਲ ਕਰਦੇ ਸੀ। ਤਾਂ ਆਪਾਂ ਇਹ ਲਿਖਦੇ ਸੀ ਜੋ ਆਪਣਾ ਆਨਸਰ ਹੈ 12 ਅਤੇ 18 ਦਾ ਅਨੁਪਾਤ ਹੈ ਉਹ ਅਸਲ 'ਚ ਕਿੰਨਾ ਆ ਗਿਆ, 2:3 ਇਹ ਆ ਗਿਆ। ਹੁਣ ਇੱਥੇ ਦੇਖੋ ਧਿਆਨ ਨਾਲ, ਉਰੇ ਮੈਂ 3 ਅਨੁਪਾਤ ਲਿਖੇ ਨੇ, 12:18, 6:9 ਅਤੇ 2:3। ਅਗਰ ਆਪਾਂ ਇਹਨਾਂ ਤਿੰਨਾਂ ਦੀ ਗੱਲ ਕਰੀਏ ਤਾਂ ਇਹ ਤਿੰਨੋਂ ਕੀ ਨੇ, ਆਪਸ 'ਚ ਤੁਲ ਅਨੁਪਾਤ ਨੇ, ਇਕੁਇਵਲੈਂਟ ਰੇਸ਼ੋ ਨੇ। ਕਿਉਂ? ਕਿਉਂਕਿ ਇਹਨਾਂ ਦੀ ਕੀਮਤ ਇੱਕੋ ਹੀ ਹੈ, ਹੱਲ ਕਰਕੇ ਇੱਕੋ ਹੀ ਆਨਸਰ ਆਉਂਦਾ ਹੈ। ਅਨੁਪਾਤ ਨੂੰ ਜਰਨਲੀ ਰੂਪ ਦੇ ਵਿੱਚ ਵਟਿਆਂ 'ਚ ਵੀ ਲਿਖਿਆ ਜਾਂਦਾ ਹੈ। ਜਰਨਲੀ ਹਰੇਕ ਅਨੁਪਾਤ ਜਰਨਲੀ ਨੂੰ ਲਿਖਿਆ ਜਾਂਦਾ ਹੈ। ਤਾਂ ਇਹ ਹੋ ਗਿਆ 6/9, ਇਹ ਹੋ ਗਿਆ 2/3। ਤਾਂ ਇਹਨੂੰ ਆਪਾਂ ਭਿੰਨਾ ਰੂਪ 'ਚ ਲਿਖ ਲਿਆ। ਤਾਂ ਹੱਲ ਕਰਕੇ ਦੇਖੋ, ਇਹਨੂੰ ਹੱਲ ਕੀਤਾ ਓਬਵੀਅਸਲੀ ਆਹੀ ਆਣਾ, ਕਿਉਂਕਿ ਇੱਥੋਂ ਬਣਿਆ, ਕਿਉਂਕਿ ਹੱਲ ਕਰਕੇ ਇੱਕੋ ਆਨਸਰ ਆ ਰਿਹਾ ਹੈ। ਤਾਂ ਜਦੋਂ ਆਪਾਂ ਇੱਕ ਅਨੁਪਾਤ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹਦੇ ਆਨਸਰ ਤੱਕ ਲੈ ਕੇ ਜਾਂਦੇ ਹਾਂ ਹੱਲ ਕਰਨ ਦੇ ਲਈ, ਤਾਂ ਉਹ ਜਿਹੜੇ ਸਾਰੇ ਅਨੁਪਾਤ ਹੁੰਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ, ਤੁਲ ਅਨੁਪਾਤ ਬੋਲਦੇ ਆ। ਹੋਰ ਦੇਖੋ, ਮੈਂ ਇੱਥੇ ਲਿਖਤਾ 4:5, 4:5। ਹੁਣ ਤੱਕ ਆਪਾਂ ਜਿੰਨੇ ਵੀ ਕੁਐਸਚਨ ਕੀਤੇ ਆਪਾਂ ਵੰਡ ਕਰਦੇ ਆ ਰਹੇ ਹਾਂ। ਤੇ ਵੈਰੀ ਫਸਟ ਲੈਕਚਰ 'ਚ ਆਪਾਂ ਗੱਲ ਕੀਤੀ ਸੀ ਕਿ ਆਪਾਂ ਗੁਣਾ ਵੀ ਕਰ ਸਕਦੇ ਹਾਂ ਨਾ। ਇਹਨੂੰ ਆਪਾਂ 2 ਨਾਲ ਗੁਣਾ ਕਰਤੀ, 2 ਨਾਲ ਗੁਣਾ ਕਰਨ ਤੇ ਦੋਨੋਂ 4 ਦੂਣੀ 8, 5 ਦੂਣੀ 10। ਹੁਣ ਇਸੇ ਨੂੰ 3 ਨਾਲ ਗੁਣਾ ਕਰਦੇ ਹਾਂ, 4 ਤੀਏ 12, 5 ਤੀਏ 15। ਤਾਂ ਇਹ ਕੀ ਨੇ, ਇਹ ਤੁਲ ਅਨੁਪਾਤ ਨੇ। ਕਿਉਂ? ਕਿਉਂਕਿ ਜਦੋਂ ਆਪਾਂ ਅਨੁਪਾਤ ਨੂੰ ਕਿਸੇ ਇੱਕ ਨਿਸ਼ਚਿਤ ਸੰਖਿਆ ਨਾਲ ਗੁਣਾ ਜਾਂ ਵੰਡ ਕਰੀਏ, ਹੱਲ ਕਰਕੇ ਆਨਸਰ ਇੱਕੋ ਆਉਣਾ ਹੈ, ਤੇ ਉਸ ਪ੍ਰੋਸੈਸ ਦੇ ਵਿੱਚ ਜਿਹੜੇ ਅਨੁਪਾਤ ਬਣਦੇ ਨੇ ਉਹ ਸਾਰੇ ਅਨੁਪਾਤਾਂ ਨੂੰ ਆਪਾਂ ਤੁਲ ਅਨੁਪਾਤ ਕਿਹਾ ਜਾਂਦਾ ਹੈ। ਹੁਣ ਕੁਐਸਚਨ ਇਹ ਉੱਠਦਾ ਹੈ, ਤੁਲ ਅਨੁਪਾਤ ਕਿਵੇਂ ਨਿਕਲਦਾ ਹੈ? ਤੁਲ ਅਨੁਪਾਤ ਕਿਵੇਂ ਨਿਕਲਦਾ ਹੈ? ਕਿਸੇ ਅਨੁਪਾਤ ਨੂੰ ਇੱਕ ਨਿਸ਼ਚਿਤ ਸੰਖਿਆ ਨਾਲ ਗੁਣਾ ਜਾਂ ਵੰਡ ਕਰਕੇ ਆਪਾਂ ਤੁਲ ਅਨੁਪਾਤ ਕੱਢ ਸਕਦੇ ਹਾਂ। ਆਹ ਦੇਖੀ, ਹੁਣ ਦੇਖੋ ਜਿੰਨੀਆਂ ਮਰਜ਼ੀ ਉਦਾਹਰਨਾਂ ਆਪਾਂ ਲੈ ਲਈਏ। ਦੇਖੋ ਉਦਾਹਰਨ ਲੈ ਕੇ ਚੱਲਦੇ ਹਾਂ। 3:4 ਦੇ 2 ਤੁਲ ਅਨੁਪਾਤ ਲਿਖੋ। क्वेश्चन आ गया। तो फिर की करांगे? अपने को 3:4 है, 2 तुल अनुपात चाहिए है, तो किसी भी 2 रकमां नाल संख्यावां नाल गुना कर दो। पहला आपां दोहां दी 2 नाल गुना करती, 3 दूना 6, 4 दूना 8, 2 नाल गुना करती आपां। तो एक की हो गया पहला तुल अनुपात। दूसरा 3 ਨਾਲ ਕਰ ਦੋ, 4 ਨਾਲ ਕਰ ਦੋ, ਤੁਹਾਡੀ ਮਰਜ਼ੀ ਹੈ, 5 ਨਾਲ ਕਰ ਦੋ। ਮੈਂ ਇਹਦੇ 3 ਨਾਲ ਕਰਤੀ, 3 9, 4 12। ਹੋਰ ਕੱਢਣਾ ਹੈ, 4 ਨਾਲ ਗੁਣਾ ਕਰ ਦਾਂਗੇ। ਹੋਰ ਕੱਢਣਾ ਹੈ, 10 ਨਾਲ ਗੁਣਾ ਕਰ ਦਾਂਗੇ ਦੋਹਾਂ ਦੀ। ਹੋਰ ਕੱਢਣਾ ਹੈ, 15 ਨਾਲ ਕਰ ਦਾਂਗੇ। ਜਾਂ ਅਗਰ ਵਟਿਆਂ ਰੂਪ 'ਚ ਲਿਖਣਾ ਹੈ, ਹੁਣ ਇਹਨੂੰ ਆਪਾਂ ਕੀ ਲਿਖ ਸਕਦੇ ਇੱਕ ਵਾਰ ਵਟਿਆਂ 'ਚ। ਤਾਂ ਪਹਿਲਾ ਅਨੁਪਾਤ ਕੱਢਣਾ ਹੈ, ਇਹਦੀ ਵੀ 2 ਨਾਲ ਗੁਣਾ, ਇਹਦੀ ਵੀ 2 ਨਾਲ ਗੁਣਾ, ਜਿਨमें ਉੱਪਰ ਹੱਲ ਕਰਨਾ ਉਵੇਂ ਨੀਚੇ। 3 दूना 6, 4 दूनी 8। ਹੁਣ ਇਹਦੇ ਲਈ ਇਹਦੀ ਵੀ 3 ਨਾਲ ਗੁਣਾ, ਇਹਦੀ ਵੀ 3 ਨਾਲ ਗੁਣਾ, 3 9, 4 12। ਗੱਲ ਇੱਕੋ ਹੀ ਹੈ। ਤਾਂ ਤੁਲ ਅਨੁਪਾਤ ਨੂੰ ਕਿਵੇਂ ਕੱਢ ਸਕਦੇ ਹਾਂ? ਜਦੋਂ ਅਨੁਪਾਤ ਨੂੰ
ਅਨੁਪਾਤ ਦੀਆਂ ਦੋਹਾਂ ਰਾਸ਼ੀਆਂ ਨੂੰ ਇੱਕ ਨਿਸ਼ਚਿਤ ਸੰਖਿਆ ਨਾਲ ਆਪਾਂ ਗੁਣਾ ਕਰੀਏ ਜਾਂ ਵੰਡ ਕਰੀਏ, ਉਹ ਕੀ ਨਿਕਲਦੇ ਆ, ਤੁਲ ਅਨੁਪਾਤ। ਤਾਂ ਜਿਵੇਂ ਵੀ ਆਪਾਂ ਕਿੰਨੀਆਂ ਐਗਜ਼ਾਮਪਲਾਂ ਇਹਦੀਆਂ ਲਿਖ ਸਕਦੇ ਹਾਂ। ਹੁਣ ਕੁਝ ਕੁਐਸਚਨਸ ਕਰਦੇ ਹਾਂ ਆਪਾਂ ਇਹਦੇ, ਜਿਹ 'ਚ ਆਪਾਂ ਨੂੰ ਮਿਸ ਕਰ ਸਕਦੇ ਹਾਂ ਵੈਲਿਊਜ਼, ਮਤਲਬ ਤੁਲ ਅਨੁਪਾਤ ਨੂੰ ਕਿੱਥੇ ਯੂਜ਼ ਕਰਦੇ ਆ। ਉਦਾਹਰਨ ਦੇਖਦੇ ਹਾਂ, 12/18/3, ਜਿੱਥੇ ਆ ਖਾਲੀ ਡੱਬਾ ਹੈ ਉਹ ਕੀ ਕਹਿ ਰਿਹਾ, ਇਹਦਾ ਮੁੱਲ ਪਤਾ ਕਰੋ। ਹੁਣ ਆ ਕੁਐਸਚਨ ਹੈ, ਇਹਨੂੰ ਆਪਾਂ ਕਿਵੇਂ ਹੱਲ ਕਰਨਾ ਹੈ। ਆਪਾਂ ਨੂੰ ਜੋ ਦਿੱਤਾ ਹੋਇਆ ਆਪਾਂ ਉਹਨੂੰ ਦੇਖਦੇ ਹਾਂ। ਇੱਕ ਤਰੀਕਾ ਤਾਂ ਇਹ ਹੈ, ਇਹਨੂੰ ਦੇਖੋ, ਕਿਹਦੀ ਗੁਣਾ ਕਿਹਦੀ ਵੰਡ ਹੈ, 3 ਤੇ 6 ਦੀ। ਅਗਰ 3 ਦੀ 6 ਨਾਲ ਗੁਣਾ ਕਰਾਂਗੇ ਕੀ ਆਊਗਾ, 18 ਆਊਗਾ। ਸਹੀ ਹੈ। ਜਾਂ 18 ਨੂੰ 6 ਨਾਲ ਵੰਡਿਆ ਕਿੰਨਾ ਆ ਗਿਆ, 3 ਆ ਗਿਆ। ਅਗਰ 18 ਨੂੰ 6 ਨਾਲ ਵੰਡਿਆ 3 ਹੈ ਤਾਂ ਫਿਰ 12 ਨੂੰ ਵੀ ਕੀ ਕਰਾਂਗੇ, ਕਿਉਂਕਿ ਸੇਮ ਫਰਕ ਪਾਣਾ। ਆਪਾਂ ਉਹੀ ਗੱਲ ਕੀਤੀ ਨਾ, ਸੇਮ ਜਾਂ ਗੁਣਾ ਜਾਂ ਵੰਡ। ਤਾਂ 12 ਨੂੰ ਜਦੋਂ 6 ਨਾਲ ਵੰਡਾਂਗੇ ਕਿੰਨਾ ਆ ਜਾਊਗਾ, 2 ਆ ਜਾਊਗਾ। ਤਾਂ ਜਿਹੜਾ ਉਹ ਬਕਸਾ ਹੈ ਉਹਦੀ ਕੀਮਤ ਕਿੰਨੀ ਆ ਜੂ, 2 ਆ ਜੂ। ਹੋਰ ਦੇਖਦੇ ਹਾਂ ਆਪਾਂ ਕੁਐਸਚਨ, ਹੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਆਪਾਂ। 15/20 ਬਰਾਬਰ 3/ਬਾਕਸ। ਆਪਾਂ ਨੂੰ ਉੱਪਰਲੇ 2 ਦੇ ਰੱਖੇ ਨਾ। ਤਾਂ ਦੇਖੋ 3 ਦੀ 5 ਨਾਲ ਗੁਣਾ ਕੀਤੀ 15 ਆਇਆ। 3 ਦੀ 5 ਨਾਲ ਗੁਣਾ ਕੀਤੀ 15 ਆਇਆ। ਤਾਂ ਕਿਹੜੀ ਸੰਖਿਆ ਦੀ 5 ਨਾਲ ਗੁਣਾ ਕਰਾਂਗੇ 20 ਆਊਗਾ, ਸੋਚ ਕੇ ਦੇਖੋ। ਜਾਂ ਤਾਂ ਇੱਕ ਇਹ ਤਰੀਕਾ ਹੈ 4, ਜਾਂ 3 ਦੀ 5 ਨਾਲ ਗੁਣਾ ਹੋ ਗਈ ਤਾਂ ਕਲੀਅਰ ਹੈ। ਜੇ ਆਪਾਂ ਇਧਰੋਂ ਚੱਲੀਏ, ਕਿਉਂਕਿ ਆਪਾਂ ਨੂੰ ਇਧਰੋਂ ਆਹ ਸੰਖਿਆ ਦਿੱਤੀ ਹੋਈ ਹੈ, 15 ਨੂੰ 5 ਨਾਲ ਵੰਡੀਏ ਕਿੰਨਾ ਆ ਗਿਆ, 3। ਤਾਂ ਫਿਰ 20 ਨੂੰ ਵੀ ਕੀ ਕਰਾਂਗੇ ਆਪਾਂ, 5 ਨਾਲ ਵੰਡਾਂਗੇ ਕਿੰਨਾ ਆ ਗਿਆ, 4। ਇੱਕ ਤਰੀਕਾ ਤਾਂ ਇਹ ਹੈ ਹੱਲ ਕਰਨ ਦਾ, ਜਿੱਥੇ ਆਪਾਂ ਤੁੱਲ ਭਿੰਨਾਂ ਦੀ ਵਰਤੋਂ ਕਰ ਰਹੇ ਹਾਂ। ਇੱਕ ਤਰੀਕਾ ਆਪਾਂ ਹੋਰ ਕਰਾਂਗੇ ਇਸ ਤੋਂ ਬਾਅਦ, ਇਹ ਹੋ ਗਿਆ। ਹੋਰ ਉਦਾਹਰਨ ਆਪਾਂ ਲੈ ਕੇ ਚੱਲਦੇ ਹਾਂ। 7/8 ਬਰਾਬਰ ਹੈ 28/ਬਾਕਸ। ਹਾਂਜੀ, ਇਹਨਾਂ ਦੋਹਾਂ 'ਚ ਦੇਖੋ ਸਿਰਫ ਗੁਣਾ ਜਾਂ ਵੰਡ ਦਾ ਰਿਲੇਸ਼ਨ। 7 ਨੂੰ ਕਿੰਨੇ ਨਾਲ ਗੁਣਾ ਕਰੀਏ, 28 ਆਊਗਾ 4 ਨਾਲ। ਤਾਂ ਫਿਰ 8 ਦੀ ਕਿੰਨੇ ਨਾਲ ਗੁਣਾ ਕਰੀਏ, 4 ਨਾਲ। 8 ਚੌਕਾ ਕਿੰਨਾ ਆ ਗਿਆ, 32। ਕਿਉਂਕਿ ਉੱਪਰ 7 ਚੌਕਾ 28 ਹੈ, ਤੇ 8 ਦੀ ਕਿੰਨੇ ਨਾਲ ਗੁਣਾ ਕਰਾਂਗੇ ਫਿਰ, 4 ਨਾਲ। ਤਾਂ ਕਿੰਨਾ ਆਂਸਰ ਆ ਜਾਊਗਾ, ਜੋ ਆਪਣਾ ਬਾਕਸ ਦਾ ਆਂਸਰ ਹੈ। ਹੋਰ ਦੇਖਦੇ ਹਾਂ। 5/7 ਬਰਾਬਰ ਹੈ ਬਾਕਸ/21। ਕਿਹੜਾ ਪੂਰਾ, ਆਹ 7 ਦੀ 21 ਕਿਹੜੇ ਗੁਣਾ ਤੇ ਆਂਦਾ, ਦੇਖੋ 7 ਤੀਆ 21। ਕਿੰਨੇ ਨਾਲ ਗੁਣਾ ਕੀਤੀ, 3 ਨਾਲ। ਇਹਦੀ ਵੀ ਕਿੰਨੇ ਨਾਲ ਕਰਾਂਗੇ, 3 ਨਾਲ। ਤਾਂ 5 ਦੀ 3 ਨਾਲ ਗੁਣਾ ਕੀਤੀ ਕਿੰਨਾ ਆ ਗਿਆ, 15। ਤਾਂ ਦੇਖੋ ਆਪਾਂ ਇਸ ਟੌਪਿਕ ਤੇ ਗੱਲ ਕਰ ਰਹੇ ਹਾਂ, ਤੁੱਲ ਭਿੰਨਾਂ। ਤੁੱਲ ਭਿੰਨਾਂ ਕੀ ਹੁੰਦੀਆਂ ਨੇ। ਹੁਣ ਇਸੇ ਦੇ ਵਿੱਚ ਇੱਕ ਅਗਲਾ ਟੌਪਿਕ ਆ ਰਿਹਾ ਹੁਣ, ਜਿਸ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ, ਜੋ ਇੰਪੋਰਟੈਂਟ ਟੌਪਿਕ ਹੈ। ਜਦੋਂ ਆਪਾਂ ਨੂੰ 2 ਤੁੱਲ ਭਿੰਨਾਂ ਦਿੱਤੀਆਂ, ਕੋਈ ਵੀ 2 ਲੈ ਲਓ, ਮੈਂ ਇੱਕ ਆ ਲੈ ਲਿਆ, ਇੱਕ ਮੈਂ ਆ ਲੈ ਲਿਆ। ਚੈੱਕ ਕਰਕੇ ਦੇਖੋ ਕੀ ਇਹ ਤੁੱਲ ਭਿੰਨਾਂ ਹੈਗੀਆਂ ਨੇ। 2 5 10, 3 5 15, ਇਹ ਤੁੱਲ ਭਿੰਨਾਂ ਨੇ। ਜਦੋਂ 2 ਤੁੱਲ ਭਿੰਨਾਂ ਨੂੰ ਆਪਸ 'ਚ ਤੁਲਨਾ ਕੀਤੀ ਜਾਂਦੀ ਹੈ, ਕਹਿਣ ਦਾ ਮਤਲਬ 2 ਅਨੁਪਾਤਾਂ ਦੀ ਆਪਸ ਵਿੱਚ ਤੁਲਨਾ ਕੀਤੀ ਜਾਂਦੀ ਹੈ। ਇੱਥੇ ਆਪਾਂ ਕੀ ਗੱਲ ਕੀਤੀ ਹੈ, 2 ਤੁੱਲ ਅਨੁਪਾਤਾਂ ਦੀ। 2 ਤੁੱਲ ਅਨੁਪਾਤ ਨੇ। ਆਪਾਂ ਨੂੰ ਪਤਾ ਹੈ ਜਦੋਂ 2 ਤੁੱਲ ਅਨੁਪਾਤ ਆਉਣਗੇ ਆਪਸ ਕੀ ਹੋਣਗੇ, ਬਰਾਬਰ ਹੋਣਗੇ। ਬਰਾਬਰ ਹੋਣਗੇ ਨਾ। ਤਾਂ ਇਸ ਕਨਸੈਪਟ ਨੂੰ ਦਿੱਤਾ ਗਿਆ ਅਗਲਾ ਨਾਮ, ਸਮਾਨ ਅਨੁਪਾਤ। ਸਮਾਨ ਅਨੁਪਾਤ, ਬਰਾਬਰ ਅਨੁਪਾਤ। ਤੇ ਬਰਾਬਰ ਅਨੁਪਾਤ ਕਦੋਂ ਹੋਣਗੇ, ਜਦੋਂ ਦੋਨੇ ਆਪਸ ਕੀ ਹੋਣਗੇ, ਤੁੱਲ ਹੋਣਗੇ, ਤਾਂ ਹੀ ਉਹ ਬਰਾਬਰ ਹੋਣਗੇ। ਅਗਰ ਮੈਂ 1:2:3 ਲੈ ਲਿਆ, ਇੱਥੇ ਆਪਾਂ 10:12 ਲਿਖਤਾ, ਤਾਂ ਉਰੇ ਕਿੰਨੇ ਨਾਲ ਗੁਣਾ ਹੋ ਗਈ, 5 ਨਾਲ। ਇੱਥੇ ਕਿੰਨੇ ਨਾਲ ਗੁਣਾ ਹੋ ਗਈ, 4 ਨਾਲ। ਇਹ ਹੱਲ ਨਹੀਂ ਹੁੰਦੇ। ਤਾਂ ਸਮਾਨ ਅਨੁਪਾਤ ਕੀ ਹੈ, 2 ਬਰਾਬਰ ਅਨੁਪਾਤਾਂ ਤੇ ਆਪਾਂ ਗੱਲ ਕਰਨੀ ਹੈ। ਜਾਂ ਤੁਸੀਂ ਇਹ ਕਹਿ ਸਕਦੇ ਹੋ 2 ਤੁੱਲ ਅਨੁਪਾਤ ਹੋਣਗੇ, ਉਹ ਆਪਸ ਜਦੋਂ 2 ਅਨੁਪਾਤ ਤੁੱਲ ਹੁੰਦੇ ਨੇ, ਉਹ ਆਪਸ ਕੀ ਹੁੰਦੇ ਨੇ, ਬਰਾਬਰ ਹੁੰਦੇ ਨੇ, ਤੇ ਉਹਨਾਂ ਨੂੰ ਕੀ ਬੋਲਦੇ ਨੇ, ਸਮਾਨ ਅਨੁਪਾਤ। ਹੁਣ ਮੈਨੂੰ ਡਿਟੇਲ 'ਚ ਲੈ ਕੇ ਚੱਲਦਾ।
ਇਹ ਕਨਸੈप्ट ਕੀ ਹੈ, ਕੀ ਆਪਾਂ ਗੱਲ ਕਰਨੀ ਹੈ ਹੁਣ। ਤਾਂ ਸਮਾਨ ਅਨੁਪਾਤ ਕੀ ਹੋ ਗਿਆ, ਦੇਖੋ ਪ੍ਰਪੋਰਸ਼ਨ ਬੋਲਦੇ ਆ ਇਸ ਨੂੰ, ਪ੍ਰਪੋਰਸ਼ਨ। ਕੀ ਹੈ ਸਮਾਨ ਅਨੁਪਾਤ? ਆਪਾਂ ਦੇਖੋ ਜੋ ਗੱਲ ਕਰਕੇ ਆਇਆ, ਕੀ ਗੱਲ ਕਰਕੇ ਆਇਆ, ਜਦੋਂ ਨਾਮ ਦੱਸ ਰਿਹਾ ਹੈ 2 ਅਨੁਪਾਤ ਸਮਾਨ ਹੋਣ ਤਾਂ ਉਹ ਕੀ ਹੁੰਦੇ ਨੇ, ਸਮਾਨ ਅਨੁਪਾਤ ਹੁੰਦੇ ਨੇ। ਤੇ ਇਸ ਦਾ ਜੋ ਨਿਸ਼ਾਨ ਹੈ ਦੇਖੋ 2 ਅਨੁਪਾਤ ਲਾਗੇ ਕਹਿ ਸਕਦੇ ਹੋ, ਜਾਂ ਬਰਾਬਰਤਾ, ਤੇ 2 ਨਿਸ਼ਾਨ ਹੁੰਦੇ ਆ। ਉਦਾਹਰਨ 2 ਅਨੁਪਾਤ 3, 8 ਅਨੁਪਾਤ 12। ਕੀ ਇਹ ਬਰਾਬਰ ਨੇ? ਆਪਾਂ ਚੈੱਕ ਕਰਦੇ ਹਾਂ। ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, 2/3। ਇਹਨੂੰ ਆਪਾਂ ਕੀ ਲਿਖ ਸਕਦੇ ਹਾਂ, 8/12। ਇਹ ਹੱਲ ਨਹੀਂ ਹੁੰਦਾ। 4 ਦੂਣੀ 8, 4 ਤੀਏ 12। ਤਾਂ ਦੇਖੋ ਦੋਨੇ ਕੀ ਆ ਗਏ, ਬਰਾਬਰ ਆ ਗਏ। ਹਾਂ, ਇਹ ਸਮਾਨ ਅਨੁਪਾਤ ਵਿੱਚ ਹਨ। ਜਾਂ ਆਪਾਂ ਡਾਇਰੈਕਟ ਵੀ ਕਰ ਸਕਦੇ ਹਾਂ, ਅਗਰ ਵਟਿਆਂ 'ਚ ਨਹੀਂ ਕਰਨਾ। ਆ ਸਰਲਤਮ ਰੂਪ 'ਚ ਹੈਗਾ 2 ਦੇ ਪਹਾੜੇ ਤੇ ਵੰਡਿਆ, 2 ਚੌਕਾ 8, 6 ਦੂਣੀ 12। ਫਿਰ 2 ਤੇ ਵੰਡਿਆ, ਦੋਨੇ ਅਨੁਪਾਤ ਕੀ ਆ ਗਏ, ਬਰਾਬਰ ਆ ਗਏ। ਤਾਂ ਹਾਂ, ਇਹ ਸਮਾਨ ਅਨੁਪਾਤ ਵਿੱਚ ਹਨ। ਕਾਰਨ ਕਿਉਂਕਿ ਦੋਨੇ ਕਿਹੜੇ ਅਨੁਪਾਤ ਨੇ, ਇਹ ਤੁਲ ਅਨੁਪਾਤ ਨੇ। ਹੋਰ ਉਦਾਹਰਨ ਲੈ ਕੇ ਚੱਲਦੇ ਹਾਂ। ਦੇਖੋ ਫਿਲਹਾਲ ਆਪਾਂ ਇਸ ਤੇ ਗੱਲ ਕਰਦੇ ਹਾਂ ਕਿ ਕਨਸੈਪਟ ਕੀ ਹੈ। 3 ਅਨੁਪਾਤ 5, 12 ਅਨੁਪਾਤ 25 ਇਹ ਆ ਗਿਆ। ਇਹ ਸਰਲਤਮ ਰੂਪ 'ਚ ਪਿਆ। ਦੇਖੋ ਇਹ ਵੀ ਸਰਲਤਮ ਰੂਪ 'ਚ ਪਿਆ। ਕੀ ਇਹ ਦੋਨੇ ਬਰਾਬਰ ਨੇ? ਨਹੀਂ, ਇਹ ਬਰਾਬਰ ਨਹੀਂ। ਤਾਂ ਇਹਦਾ ਮਤਲਬ ਇਹ ਸਮਾਨ ਅਨੁਪਾਤ ਵਿੱਚ ਨਹੀਂ ਹਨ, ਜਾਂ ਦੋਨੇ ਤੁਲ ਭਿੰਨਾਂ ਨਹੀਂ ਹੈਗੀਆਂ। ਹੋਰ ਉਦਾਹਰਨ ਲੈ ਰਹੇ ਹਾਂ ਆਪਾਂ। 5 ਅਨੁਪਾਤ 3, 30 ਅਨੁਪਾਤ 18। ਕੀ ਇਹ ਸਮਾਨ ਅਨੁਪਾਤ ਵਿੱਚ ਹਨ? ਇਹ ਸਰਲਤਮ ਰੂਪ ਪਿਆ। ਦੋਨੇ ਕਿਹੜੇ ਪਹਾੜ ਤੇ ਵੰਡੇ ਗਏ? 2 ਤੇ। ਇਹਨੂੰ 2 ਤੇ ਵੰਡਿਆ 15, ਇਹਨੂੰ 2 ਤੇ ਵੰਡਿਆ 9। ਹੁਣ ਦੋਨੇ ਕਿਹੜੇ ਪਹਾੜ ਤੇ ਵੰਡੇ ਗਏ? 3 ਤੇ। 5 ਤੀਆ 15, 30 30 9। ਕੀ ਇਹ ਦੋਨੋਂ ਬਰਾਬਰ ਨੇ? ਹਾਂਜੀ, ਇਹ ਦੋਨੋਂ ਬਰਾਬਰ ਹਨ। ਇੱਕ ਉਦਾਹਰਨ ਮੈਂ ਹੋਰ ਲੈ ਕੇ ਚੱਲਦਾ। ਤਾਂ ਇਹਦਾ ਮਤਲਬ ਇਹ ਹੋ ਗਿਆ, ਇਹ ਦੋਨੋਂ ਆਪਣੇ ਸਮਾਨ ਅਨੁਪਾਤ ਵਿੱਚ ਹਨ। ਇੱਕ ਹੈਗਾ ਆਪਣੇ ਕੋਲੇ 10 ਅਨੁਪਾਤ 12, ਇੱਕ ਹੈਗਾ ਆਪਣੇ ਕੋਲੇ 15 ਅਨੁਪਾਤ 18। ਚੈੱਕ ਕਰੋ, ਕੀ ਇਹ ਹੱਲ ਹੋ ਸਕਦਾ ਹੈ? ਦੋਨੋਂ ਕਿਹੜੇ ਪਹਾੜ ਤੇ ਵੰਡੇ ਗਏ? 2 ਤੇ। 5 ਦੂਣੀ 10, 6 ਦੂਣੀ 12। ਇਹ ਦੋਨੋਂ ਕਿਹੜੇ ਪਹਾੜ ਤੇ ਵੰਡੇ ਜਾਂਦੇ ਆ? 3 ਤੇ। 5 ਤੀਏ 15, 6 ਤੀਏ 18। ਇਹ ਦੋਨੋਂ ਵੀ ਕੀ ਆ ਗਏ? ਬਰਾਬਰ ਆ ਗਏ। ਤਾਂ ਇਹਦਾ ਮਤਲਬ ਇਹ ਸਮਾਨ ਅਨੁਪਾਤ ਵਿੱਚ ਹਨ। ਤਾਂ ਇਹ ਆਪਣਾ ਕਨਸੈਪਟ ਹੈ ਜਿਸ ਤੇ ਆਪਾਂ ਹੁਣ ਗੱਲ ਕਰਨੀ ਹੈ, ਸਮਾਨ ਅਨੁਪਾਤ ਤੇ। ਤਾਂ ਇਹ ਗੱਲ ਤੁਹਾਨੂੰ ਕਲੀਅਰ ਹੋ ਚੁੱਕੀ ਹੈ ਕਿ ਸਮਾਨ ਅਨੁਪਾਤ ਦੇ ਵਿੱਚ ਆਪਾਂ ਕਿੰਨੇ ਅਨੁਪਾਤਾਂ ਦੀ ਗੱਲ ਕਰਨੀ ਹੈ? 2। ਤੇ 2 ਅਨੁਪਾਤਾਂ ਦਾ ਮਤਲਬ ਟੋਟਲ ਕਿੰਨੀਆਂ ਰਕਮਾਂ ਹੋ ਗਈਆਂ? 4। ਠੀਕ। ਤੇ ਇਹਨਾਂ ਨੂੰ ਬੋਲਦੇ ਨੇ ਪਦ। ਇਹ 4 ਪਦ ਨੇ ਇੱਥੇ, ਟਰਮਸ, 4 ਟਰਮਸ। ਦੇਖੋ 3 ਅਨੁਪਾਤ 5, 12 ਅਨੁਪਾਤ 25। ਤਾਂ ਫਿਰ ਅਗਰ ਆਰਡਰ ਦੀ ਗੱਲ ਕਰੀਏ, ਇਹ ਪਹਿਲੀ ਟਰਮ ਹੈ, ਪਹਿਲਾ ਪਦ। ਇਹ ਹੋ ਗਿਆ ਦੂਸਰਾ ਪਦ, ਇਹ ਹੋ ਗਿਆ ਤੀਸਰਾ ਪਦ, ਤੇ ਇਹ ਹੋ ਗਿਆ ਚੌਥਾ ਪਦ। ਤਾਂ ਆਪਾਂ ਜੋ ਗੱਲ ਕਰਨੀ ਹੈ, ਆਪਾਂ ਸਮਾਨ ਅਨੁਪਾਤ ਦੇ 4 ਪਦਾਂ ਦੀ ਗੱਲ ਕਰਨੀ ਹੈ। ਤਾਂ ਇੱਕ ਤਰੀਕਾ ਤਾਂ ਕੀ ਹੋ ਗਿਆ, ਆਪਾਂ ਦੋਹਾਂ ਨੂੰ ਸਰਲਤਮ ਰੂਪ 'ਚ ਲਿਆ। ਅਗਰ ਦੋਨੋਂ ਬਰਾਬਰ ਆ ਗਏ ਤਾਂ ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ। ਜਿਵੇਂ ਇੱਕ ਉਦਾਹਰਨ ਮੈਂ ਹੋਰ ਲੈ ਕੇ ਚੱਲਦਾ, ਜਿਹੜੀ ਆਪਾਂ ਪਹਿਲਾਂ ਲਈ ਸੀ, ਮੈਂ ਉਸੇ ਤੇ ਗੱਲ ਕਰ ਰਿਹਾ। ਇੱਕ ਆਪਾਂ 10 ਅਨੁਪਾਤ 12 ਲਿਆ ਸੀ, ਇੱਕ ਆਪਾਂ 15 ਅਨੁਪਾਤ 18 ਲਿਆ ਸੀ। ਦੋਨੇ 2 ਦੇ ਪਹਾੜ ਤੇ ਵੰਡੇ ਗਏ, 5 ਦੂਣੀ 10, 6 ਦੂਣੀ 12। ਦੋਨੇ 3 ਦੇ ਪਹਾੜ ਤੇ ਵੰਡੇ ਗਏ, 5 ਤੀਆ 15, 6 ਤੀਆ 18। ਇਹ ਬਰਾਬਰ ਅਨੁਪਾਤ ਵਿੱਚ ਹਨ। ਤਾਂ ਇਹ ਹੋ ਗਏ ਸਮਾਨ ਅਨੁਪਾਤ, ਜਿਹੜਾ ਪਹਿਲਾ ਟੌਪਿਕ ਸੀ ਜਿਹਦੇ ਆਪਾਂ ਅਨੁਪਾਤ ਦੇ ਹਿਸਾਬ ਨਾਲ ਗੱਲ ਕੀਤੀ ਸੀ। ਇਹਨੂੰ ਹੱਲ ਕਰਨ ਦਾ ਇੱਕ ਤਰੀਕਾ ਹੋਰ ਵੀ ਹੈ। ਕੀ ਹੈ?
10 अनुपात 12 ਨੂੰ ਆਪਾਂ ਕੀ ਲਿਖ ਸਕਦੇ ਹਾਂ 10/12। 15 अनुपात 18 ਨੂੰ 15/18। ਤਾਂ ਤਿਰਛੀ ਗੁਣਾ ਇਹਦੀ ਗੁਣਾ ਇਹਦੇ ਨਾਲ, ਇਹਦੀ ਗੁਣਾ ਇਹਦੇ ਨਾਲ। ਇੱਕ ਹੋਰ ਤਰੀਕੇ ਦੀ ਗੱਲ ਕਰ ਰਹੇ ਹਾਂ, ਇਹ ਗੁਣਾ ਕੀਤੀ 180, ਇਹ 180। ਜੇ ਇਹ ਬਰਾਬਰ ਆ ਗਏ ਤਾਂ ਇਹਦਾ ਮਤਲਬ ਇਹ ਸਮਾਨ ਅਨੁਪਾਤ ਵਿੱਚ ਹਨ, ਅਦਰਵਾਈਜ਼ ਨਹੀਂ। ਇਹ ਹੈਗੇ ਸੀ ਬਰਾਬਰ ਆ ਗਏ। ਇਹਨੂੰ ਦੇਖਦੇ ਹਾਂ। ਇਹਨੂੰ ਆਪਾਂ ਕੀ ਲਿਖਿਆ 3/5, ਇਹਨੂੰ ਲਿਖਿਆ 12/25। 3 ਦੀ ਗੁਣਾ 25 ਨਾਲ, 12 ਦੀ ਗੁਣਾ 5 ਨਾਲ। 25 ਤੀਆ 75, 12 5 60। ਇਹ ਬਰਾਬਰ ਨਹੀਂ, ਇਹ ਬਰਾਬਰ ਨਹੀਂ। ਇਸੇ ਕਰਕੇ ਆਪਾਂ ਕੀ ਗੱਲ ਕੀਤੀ ਸੀ, ਇਹ ਸਮਾਨ ਅਨੁਪਾਤ ਵਿੱਚ ਨਹੀਂ। ਤਾਂ ਅਸਲ 'ਚ ਆਪਾਂ ਕੀ ਕੀਤਾ, ਹੁਣ ਦੇਖੋ ਧਿਆਨ ਨਾਲ, ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਆਪਾਂ ਗੱਲ ਕਰਨੀ ਹੈ। ਆਹ ਕਿਹੜਾ ਪਦ ਹੋ ਗਿਆ 10 ਪਹਿਲਾ, ਇਹ ਹੋ ਗਿਆ ਪਹਿਲਾ ਪਦ, ਬਟੇ ਦੂਸਰਾ ਪਦ। ਇਹ ਸੀ ਤੀਸਰਾ, ਇਹ ਸੀ ਚੌਥਾ। ਆਪਾਂ ਇਹਦੀ ਗੁਣਾ ਇਹਦੇ ਨਾਲ ਕੀਤੀ ਸੀ ਨਾ। ਤਾਂ ਫਿਰ ਅਸਲ 'ਚ ਆਪਾਂ ਕੀ ਕੀਤਾ, ਆਪਾਂ ਪਹਿਲੇ ਪਦ ਦੀ ਗੁਣਾ ਚੌਥੇ ਪਦ ਨਾਲ ਅਤੇ ਦੂਸਰੇ ਪਦ ਦੀ ਗੁਣਾ ਤੀਸਰੇ ਪਦ ਨਾਲ। ਅਗਰ ਇਹ ਬਰਾਬਰ ਆਂਦੇ ਨੇ ਤਾਂ ਆਪਾਂ ਕੀ ਕਹਿੰਦੇ ਆ, ਇਹ ਸਮਾਨ ਅਨੁਪਾਤ ਵਿੱਚ ਹਨ। ਤਾਂ ਫਿਰ ਕੀ ਹੋਇਆ, ਦੇਖੋ ਕੀ ਬਣਿਆ। ਆਪਾਂ 4 ਰਕਮਾਂ ਤੇ ਗੱਲ ਕਰ ਰਹੇ ਹਾਂ, ਤੁਸੀਂ ਕਿਵੇਂ ਕਰਨਾ ਇਹਨੂੰ, ਆਪਾਂ ਜਿਸ ਮੇਨ ਗੱਲ ਤੇ ਆ ਰਹੇ ਹਾਂ। ਜਦੋਂ ਕੋਈ ਵੀ 4 ਸੰਖਿਆਵਾਂ ਆਪਾਂ ਨੂੰ ਦਿੱਤੀਆਂ ਹੋਈਆਂ, ਪਹਿਲੇ ਦੀ ਚੌਥੇ ਨਾਲ ਗੁਣਾ, ਮਤਲਬ ਬਾਹਰਲਿਆਂ ਦੀ ਆਪਸ 'ਚ ਗੁਣਾ ਵਟੇ ਅੰਦਰਲੀਆਂ ਰਕਮਾਂ ਦੀ ਆਪਸ 'ਚ ਗੁਣਾ। ਦੇਖੋ ਬਾਹਰਲੇ ਪਦਾਂ ਦੀ ਗੁਣਾ, ਪਹਿਲੇ ਚੌਥੇ ਦੀ ਇਹੀ ਹੋਇਆ, ਅੰਦਰਲੇ ਪਦਾਂ ਦੀ ਗੁਣਾ। ਇਹ ਕੀ ਹੋਣੀ ਚਾਹੀਦੀ ਹੈ, ਬਰਾਬਰ। ਪਹਿਲਾ ਪਦ ਗੁਣਾ ਚੌਥਾ ਪਦ, A ਗੁਣਾ D ਬਰਾਬਰ ਦੂਸਰਾ ਪਦ ਗੁਣਾ ਤੀਸਰਾ ਪਦ, B ਗੁਣਾ C। ਆਪਾਂ ਸਿੱਧਾ ਵਰਕ ਕਰਾਂਗੇ ਇੱਥੇ ਕਿ ਆਪਾਂ ਜਦੋਂ ਸਮਾਨ ਅਨੁਪਾਤ 'ਚ ਲੱਭਣਾ ਹੈ, ਆਪਾਂ ਡਾਇਰੈਕਟ ਕੁਐਸਚਨ ਨੂੰ ਕੀ ਕਰਾਂਗੇ, ਹੱਲ ਕਰਾਂਗੇ। ਕੁਝ ਕੁਐਸਚਨਸ ਲੈ ਕੇ ਚੱਲਦੇ ਹਾਂ। ਹੁਣ ਦੇਖੋ ਸਾਰੇ ਤਰੀਕੇ ਆਪਾਂ ਕਰ ਚੁੱਕੇ ਹਾਂ। ਹੁਣ ਮੈਂ ਕੁਐਸਚਨ ਲੈ ਰਿਹਾ, ਸਾਰੇ ਤਰੀਕੇ ਆਪਾਂ ਕਰ ਚੁੱਕੇ ਹਾਂ। ਈਜ਼ੀ ਕਿਵੇਂ ਲੱਗਦਾ ਆਪਾਂ ਦੇਖਦੇ ਹਾਂ। ਕੁਐਸਚਨ ਹੈ, ਪਤਾ ਕਰੋ 4 6 8 12 ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ। ਆ ਕਲੀਅਰ ਹੈ, ਪਹਿਲਾ ਅਨੁਪਾਤ ਬਣਨਾ ਹੈ, ਆ ਦੂਸਰਾ ਬਣਨਾ ਹੈ। ਤਾਂ ਜਾਂ ਤਾਂ ਕੀ ਕਰੋ, ਆ ਚੀਜ਼ ਅਨੁਪਾਤ ਦੇ ਹਿਸਾਬ ਨਾਲ 2 ਤੇ ਵੰਡੇ ਗਏ, 2 ਦੂਣੀ 4, 2 ਤੀਆ 6, 4 ਤੇ ਵੰਡੇ ਗਏ, 4 ਦੂਣੀ 8, 4 ਤੀਏ 12। ਪਹਿਲਾ ਤਰੀਕਾ। दूसरा जो सब तो सही है, पहले दी गुना चौथे नाल, बारले पदां दी गुना 4 गुना 12 48 किदे बराबर आ गया, किदे बराबर आना चाहिए, अंदरले पदां दी गुना दे 6 गुना 8 48 दोनों की आ गए बराबर। ਇਹਦਾ मतलब ਇਹ ਜੋ ਚਾਰੇ ਸੰਖਿਆਵਾਂ ਨੇ ਕਿਸ ਨੇ, ਸਮਾਨ ਅਨੁਪਾਤ ਵਿੱਚ ਹਨ। ਆਪਾਂ ਕੁਝ ਹੋਰ ਉਦਾਹਰਨ ਲੈ ਕੇ ਚੱਲਦੇ ਹਾਂ ਇਹਨੂੰ ਸਮਝਾਉਣ ਦੇ ਲਈ। ਬੜਾ ਈਜ਼ੀ ਟੌਪਿਕ ਹੈ, ਦੇਖੋ ਬਿਲਕੁਲ ਸਮਝਾਉਣ ਦੇ ਲਈ ਸਾਰੇ ਸਿਚੁਏਸ਼ਨਾਂ ਲੈ ਕੇ ਚੱਲਦੇ ਹਾਂ। ਹੁਣ ਆਪਾਂ ਕੁਝ ਹੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਜਿੱਥੇ ਆਪਾਂ ਵਰਕ ਕਰ ਸਕੀਏ। ਹੋਰ ਐਗਜ਼ਾਮਪਲ ਦੇਖੋ ਹੁਣ 5 8 15 24 ਪਤਾ ਕਰੋ ਇਹ ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ। ਬਾਹਰਲਿਆਂ ਦੀ ਗੁਣਾ, ਬਾਹਰਲੇ ਪਦਾਂ ਦੀ ਗੁਣਾ, ਐਕਸਟ੍ਰੀਮ ਵੈਲਿਊਜ਼ ਬੋਲਦੇ ਆ ਇਸ ਤੋਂ। 5 ਗੁਣਾ 24, 24 ਦੀ 5 ਨਾਲ ਗੁਣਾ ਕੀਤੀ 120। ਅੰਦਰਲੇ ਪਦਾਂ ਦੀ ਗੁਣਾ 8 ਦੀ 15 ਨਾਲ ਗੁਣਾ ਕੀਤੀ 15 8 120। ਕੀ ਇਹ ਬਰਾਬਰ ਨੇ, ਬਰਾਬਰ ਨੇ। ਤਾਂ ਇਹਦਾ ਮਤਲਬ ਇਹ ਸਮਾਨ ਅਨੁਪਾਤ ਵਿੱਚ ਹਨ। ਹੋਰ ਦੇਖਦੇ ਹਾਂ 8 10 16 30 ਆਪਣੇ ਕੋਲ ਆ ਗਿਆ। ਤਾਂ ਕੀ ਕਰਾਂਗੇ, ਬਾਹਰਲੇ ਪਦਾਂ ਦੀ ਗੁਣਾ
8 ਦੀ ਗੁਣਾ 30 ਨਾਲ 8 ਤੀਆ 24 0 ਲੱਗ ਗਈ। ਉਦੋਂ ਬਾਅਦ ਅੰਦਰਲੇ ਪਦਾਂ ਦੀ ਗੁਣਾ 10 ਗੁਣਾ 16 16 ਏਕਮ 16 0। ਕੀ ਇਹ ਬਰਾਬਰ ਨੇ? ਨਹੀਂ, ਇਹ ਬਰਾਬਰ ਨਹੀਂ। ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਇਹ ਸਮਾਨ ਅਨੁਪਾਤ ਵਿੱਚ ਕੀ ਕਹਾਂਗੇ ਆਪਾਂ? ਹੈਗੇ ਕਿ ਨਹੀਂ ਹੈਗੇ? ਹੈਗੇ ਕਿ ਨਹੀਂ ਹੈਗੇ? ਦੱਸੋ। ਨਹੀਂ ਹੈਗੇ। ਹੋਰ ਉਦਾਹਰਨ ਲੈ ਲਓ। 8 9 24 27 ਕੀ ਕਰਾਂਗੇ? ਬਾਹਰਲਿਆਂ ਦੀ ਗੁਣਾ, ਬਾਹਰਲੇ ਇੱਧਰਲਾ ਤੇ ਉੱਧਰਲਾ, ਬਾਹਰਲੇ ਪਦਾਂ ਦੀ ਗੁਣਾ। 8 ਦੀ ਗੁਣਾ ਕੀਤੀ 27 ਨਾਲ, 27 ਦੀ 8 ਨਾਲ ਗੁਣਾ ਕਰੋਗੇ ਕਿੰਨਾ ਆ ਜਾਊਗਾ? 216। ਅੰਦਰਲੇ ਪਦਾਂ ਦੀ ਗੁਣਾ ਕਿਹਦੇ ਨਾਲ ਕਰਾਂਗੇ? 9 ਦੀ 24 ਨਾਲ, 9 ਦੀ 24 ਨਾਲ ਗੁਣਾ ਕੀਤੀ ਕਿੰਨਾ ਆ ਗਿਆ? 216। ਕੀ ਇਹ ਬਰਾਬਰ ਨੇ? ਹਾਂ, ਇਹ ਬਰਾਬਰ ਨੇ। ਤਾਂ ਇਹਦਾ ਮਤਲਬ ਇਹ ਸਮਾਨ ਅਨੁਪਾਤ ਵਿੱਚ ਹਨ। ਇੱਥੇ ਤਾਂ ਆਪਾਂ ਨੂੰ ਇਹਨਾਂ ਨੇ 4 ਸੰਖਿਆਵਾਂ ਦਿੱਤੀਆਂ, ਸਿੱਧੇ 4 ਪਦ ਦੇਤੇ ਤੇ ਕਹਿਤਾ ਚੈੱਕ ਕਰੋ ਇਹ ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ। ਜਾਂ ਉਹ ਕੀ ਕਰ ਸਕਦੇ ਆ? ਦੇਖੋ, ਅਗਰ ਡਾਇਰੈਕਟ ਲਿਖਣਾ ਹੋਵੇ ਉਹ ਐਂ ਲਿਖ ਦੇਣਗੇ ਵੀ ਇਹ ਕਥਨ ਸਹੀ ਹਨ ਜਾਂ ਗਲਤ ਹਨ। ਇਹ ਐਂ ਲਿਖਣਗੇ ਕਿਉਂਕਿ ਜਦੋਂ ਆ ਪੈ ਗਿਆ ਨਾ ਨਿਸ਼ਾਨ, ਆ ਨਿਸ਼ਾਨ ਪੈ ਗਿਆ, ਇਹ ਨਿਸ਼ਾਨ ਦਾ ਮਤਲਬ ਹੀ ਕੀ ਹੈ? ਬਰਾਬਰ ਹੈ। ਦੇਖੋ, ਇੱਥੇ ਆਪਾਂ ਨੂੰ ਪੁੱਛਿਆ ਗਿਆ ਸੀ ਕਿ ਸਮਾਨ ਅਨੁਪਾਤ ਵਿੱਚ ਹਨ ਜਾਂ ਨਹੀਂ, ਪਰੰਤੂ ਇੱਥੇ ਲਿਖਤਾ, ਇਹਦਾ ਮਤਲਬ ਇਹਨਾਂ ਨੇ ਬਰਾਬਰ ਲੈ ਲਿਆ ਇਸ ਨੂੰ। ਦੇਖੋ ਇਹਨਾਂ ਦਾ ਮਤਲਬ ਕੀ ਹੋਇਆ, ਪਹਿਲਾਂ ਮੈਂ ਉਹ ਕਲੀਅਰ ਕਰਦਾ। 16/24 ਇਹ ਕਹਿੰਦੇ ਆ ਬਰਾਬਰ ਨੇ। ਇਹ ਨਿਸ਼ਾਨ ਦਾ ਮਤਲਬ ਆਪਾਂ ਕੀ ਗੱਲ ਕੀਤੀ ਹੈ? ਬਰਾਬਰ। ਤੇ ਇਹ ਬਰਾਬਰ ਕਹਿ ਰਹੇ ਨੇ, ਨਾਲ ਕੀ ਲਿਖਤਾ ਵੀ ਦੱਸੋ ਇਹ ਸਹੀ ਹੈ ਜਾਂ ਗਲਤ। ਤਾਂ ਆਪਾਂ ਚੈੱਕ ਕਰਾਂਗੇ ਕਿਵੇਂ? ਜਾਂ ਤਾਂ ਅਨੁਪਾਤ ਵਾਲਾ ਸਿਸਟਮ, ਜਾਂ ਇਹਦੀ ਇਹਦੇ ਨਾਲ ਗੁਣਾ, ਇਹਦੀ ਇਹਦੇ ਨਾਲ ਗੁਣਾ। ਬਾਹਰਲੇ ਪਦਾਂ ਦੀ ਗੁਣਾ 16 ਦੀ 30 ਨਾਲ, 16 ਤੀਆ 48 0 ਲੱਗ ਗਿਆ। ਅੰਦਰਲੇ ਪਦਾਂ ਦੀ ਗੁਣਾ 24 ਦੀ 20 ਨਾਲ, 24 ਦੂਣਾ 48 0 ਲੱਗ ਗਿਆ। ਕੀ ਇਹ ਬਰਾਬਰ ਨੇ? ਹਾਂ, ਇਹ ਬਰਾਬਰ ਨੇ। ਤਾਂ ਇਹਦਾ ਮਤਲਬ ਜਿਹੜਾ ਇਹ ਕਥਨ ਹੈ ਕੀ ਹੈ? ਸਹੀ ਹੈ। ਦੇਖੋ ਕੀ ਸਿਰਫ ਫਰਕ ਇੰਨਾ ਕੁ ਪਾਇਆ ਹੈ, ਉੱਪਰਲੇ ਚ ਕਿਹਾ ਸੀ ਇਹਨਾਂ ਨੇ ਕਿਹਾ ਵੀ ਚੈੱਕ ਕਰੋ ਹੈਗੇ ਆ ਕਿ ਨਹੀਂ ਹੈਗੇ, ਨਿਚਲੇ ਚੋਂ ਕੀ ਕਹਿ ਰਹੇ ਨੇ ਵੀ ਉਹ ਸਹੀ ਹੈ ਜਾਂ ਗਲਤ। ਇੱਕ ਉਦਾਹਰਨ ਆਪਾਂ ਹੋਰ ਲੈ ਲੈਂਦੇ ਹਾਂ ਇਸ ਟਾਈਪ ਦੇ ਵਿੱਚ। ਕੁਐਸਚਨ ਹੈ, ਪਤਾ ਕਰੋ ਇਹ ਸਹੀ ਹੈ ਜਾਂ ਗਲਤ। ਕੀ ਕਰਾਂਗੇ ਫਿਰ? ਸਿਸਟਮ ਦੇਖੋ ਉਹੀ ਚੱਲਣਾ ਹੈ। ਬਾਹਰਲੇ ਪਦਾਂ ਦੀ ਗੁਣਾ 12 ਦੀ 12 ਨਾਲ ਗੁਣਾ ਕੀਤੀ 144। ਅੰਦਰਲੇ ਪਦਾਂ ਦੀ ਗੁਣਾ ਚੈੱਕ ਕਰਦੇ ਆ 18 ਦੀ 28 ਨਾਲ। ਹੁਣ ਇਹਨੂੰ ਗੁਣਾ ਕਰਨੀ ਹੈ, ਤਰੀਕਾ ਦੱਸਦਾ। ਇੱਕ ਤਰੀਕਾ ਤਾਂ ਉਹੀ, ਪਹਿਲਾਂ 8 ਨਾਲ ਕਰਾਂਗੇ ਫਿਰ 1 ਨਾਲ, ਜਿਵੇਂ ਤੁਸੀਂ ਕਰਦੇ ਆ ਰਹੇ ਹੋ। ਦੂਜਾ ਤਰੀਕਾ, ਅਗਰ 18 ਦਾ ਪਹਾੜਾ ਆਂਦਾ ਹੈ ਤਾਂ ਸਿੱਧੀ ਗੁਣਾ ਕਰੋ। 18 8 144, 4 14, 18 ਦੂਣੀ 36, 36 ਤੇ 14 50। ਤਾਂ ਇਹਨੂੰ ਆ ਗਿਆ 504। ਇੱਥੇ ਕਿੰਨਾ ਸੀ? 144। ਇੱਥੇ ਕਿੰਨਾ? 504। ਤਾਂ ਕੀ ਇਹ ਬਰਾਬਰ ਨੇ? ਨਹੀਂ, ਇਹ ਬਰਾਬਰ ਨਹੀਂ ਹੈਗੇ। ਤਾਂ ਇਹ ਸਟੇਟਮੈਂਟ ਕੀ ਹੋ ਗਈ? ਆਪਣੀ ਗਲਤ ਹੋ ਗਈ। ਤਾਂ ਦੇਖੋ ਇਸ ਟਾਈਪ ਦਾ ਕੁਐਸਚਨ ਬਣਦਾ ਜੋ ਆਪਣੇ ਕੋਲੇ ਆਪਾਂ ਗੱਲ ਕਰ ਰਹੇ ਹਾਂ। ਜਾਂ ਉਹ ਕੀ ਕਰ ਸਕਦੇ ਆ, ਥੋੜਾ ਜਿਹਾ ਹੋਰ ਸਟੇਟਮੈਂਟ ਨੂੰ ਮੋਡੀਫਾਈ ਕਰ ਸਕਦੇ ਨੇ, ਹੋਰ ਚੇਂਜ ਕਰ ਸਕਦੇ ਨੇ। ਕਿਵੇਂ? ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿਵੇਂ ਉਹ ਸਟੇਟਮੈਂਟ ਨੂੰ ਚੇਂਜ ਕਰ ਸਕਦੇ ਆ। ਦੇਖੋ 10 ਵਿਅਕਤੀ अनुपात 15 व्यक्ति बराबर 5 मिनट अनुपात 10 मिनट। सब तो पहली शर्त इकाइयां बराबर, जेड़ी अपनी अनुपात दी है भी इकाइयां बराबर है। क्वेश्चन है कि यह कथन सही हैं या गलत। देखो पहले की इकाई बराबर है, पहले अनुपात की इकाई बराबर है, दूजे अनुपात की इकाई बराबर है। यदा मतलब इनू आप हल कर सकते हैं। तो फिर असल च अपने की हो गया 10 15 5 10। क्वेश्चन की बन गया? आ बन गया। देखो की देखना है, आ पहला अनुपात है, यदी इकाई सेम है, यदी इकाई सेम है, तो यदा मतलब इनू आप हल कर सकते हैं। तो फिर अपने को आ बन गया। हुण फिर की करांगे आप, दसो की करांगे? बाहरले दी गुना
ਅੰਦਰਲੇ ਦੀ ਗੁਣਾ ਜਾਂ ਅਨੁਪਾਤ ਬਾਹਰਲੇ ਪਦਾਂ ਦੀ ਗੁਣਾ 10 ਦੀ 10 ਨਾਲ 100 ਅੰਦਰਲੇ ਦੀ ਗੁਣਾ 15 ਦੀ 5 ਨਾਲ 75 ਇਹਦਾ ਮਤਲਬ ਕਥਨ ਕੀ ਹੋ ਗਿਆ ਇਹ ਹਾਂਜੀ ਕੀ ਹੋ ਗਿਆ ਗਲਤ ਹੋ ਗਿਆ ਹੋਰ ਐਗਜ਼ਾਮਪਲ ਲੈਣੇ ਆਪਾਂ ਐਗਜ਼ਾਮਪਲ ਹੈ ਆਪਣੇ ਕੋਲੇ 25 ਸੈਂਟੀਮੀਟਰ अनुपात 1 मीटर 4 घंटे अनुपात 16 घंटे की ये कथन सही है या गलत इधर देखो सब तो पहला इत्थे की है सेंटीमीटर इत्थे की है मीटर पिछला क्वेश्चन बन गया पिछले लैक्चर का सब तो पहला की करांगे इकाइयां सेम 1 मीटर दे विच किन्ने सेंटीमीटर ने 100 तो असल च स्टेटमेंट की बन रही है जी आप चैक करनी है 25 सेंटीमीटर अनुपात 100 सेंटीमीटर 4 घंटे अनुपात 16 घंटे आप ये चैक करना है यदी इकाई सेम यदी इकाई सेम तो फिर की करांगे 25 100 4 16 या तो यदा अनुपात कर लो यदा अनुपात जिवें आपां गल कीती सी नहीं यदी इहदे नाल गुना यदी इहदे नाल गुना बाहरले पदां दी गुना 25 की गुना की 16 नाल हुण देखो अगर 16 का पहाड़ा आंदा है सीधा 16 5 80 0 8 16 दूनी 32 32 ते 8 40 400 अंदरले केड़े केड़े हो गए अंदरले पदां दी गुना 100 गुना 4 ये हो गया अपना गुना वाला तरीका अगर मैं अनुपात वाली गल करा देखो की चल रहा अपने कोले खब्बे पासे चल रहा है 25 सेंटीमीटर ते 100 सेंटीमीटर सज्जे पासे चल रहा 4 घंटे ते 16 घंटे इकाइयां सेम हो गई तो यह हो गया 25 अनुपात 100 ये हो गया 4 अनुपात 16 इनू हल कर दिया 5 ते वंडे गए 5 5 25 5 दूनी 10 0 ओमे दा ओमे ये 5 ते वंडे गए 5 एकम 5 5 चौका 20 हुण नहीं हल होंदे डायरैक्ट 4 नाल वंडिया जाता है वैल एंड गुड है नहीं आपां 2 ते वंडिया 2 दूनी 4 8 दूनी 16 फिर 2 ते वंडिया 2 एकम 2 4 दूनी 8 की ये बराबर ने हाँ जी ये बराबर ने तो देखो दोनों तरीके तुहाडे कोल पए ने तुसीं दोहां तरीकिਆਂ ਦੇ ਨਾਲ ਇਹਨੂੰ ਕੀ ਕਰ ਸਕਦੇ ਹੋ हल कर सकते हो तो ਇਹ ਸੀ ਆਪਣਾ टॉपिक समान अनुपात दो अनुपातां ਦੀ तुलना थैंक यू